ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਜੀ ਤੁਹਾਡੇ ਆਪਣੇ YouTube ਚੈਨਲ ਸਟੱਡੀ ਟੇਬਲ ਵਿਦ ਐਸਕੇ ਦੇ ਵਿੱਚ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਮੱਧਕਾਲੀਨ ਇਤਿਹਾਸ ਦਾ ਜਿਹੜਾ ਹੈ ਸਭ ਤੋਂ ਇੰਪੋਰਟੈਂਟ ਚੈਪਟਰ ਜਿਹੜਾ ਹੈ ਸਲਤਨਤ ਕਾਲ, ਜਿਸ ਤੋਂ ਕਾਫੀ ਸਾਰੇ ਕੁਐਸਚਨ ਜਿਹੜੇ ਆ ਐਗਜ਼ਾਮਸ ਦੇ ਵਿੱਚ ਬਣ ਕੇ ਆਉਂਦੇ ਨੇ। ਇਹਨੂੰ ਆਪਾਂ ਨੇ ਥੋੜਾ ਧਿਆਨ ਨਾਲ ਪੜ੍ਹਨਾ ਚੈਪਟਰ ਨੂੰ। ਇਹਦੇ ਵਿੱਚ ਆਪਾਂ ਪੜ੍ਹਾਂਗੇ ਅਲੱਗ-ਅਲੱਗ ਜਿਹੜੇ ਵੰਸ਼ ਹੋਏ ਨੇ ਸਲਤਨਤ ਕਾਲ ਦੇ ਵਿੱਚ, ਕਿਹਨਾਂ ਨੇ ਕਿੰਨਾ ਟਾਈਮ ਤੱਕ ਰਾਜ ਕੀਤਾ, ਕਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਹੈ ਹਿਸਟਰੀ ਰਹੀ ਹੈ, ਇਹਨੂੰ ਆਪਾਂ ਥੋੜਾ ਡਿਟੇਲ ਦੇ ਵਿੱਚ ਪੜਾਂਗੇ। ਤਾਂ ਇਹ ਥੋੜਾ ਜਿਹਾ ਜਿਹੜਾ ਹੈ ਲੈਂਥੀ ਚੈਪਟਰ ਬਣ ਜਾਂਦਾ ਪੂਰੇ ਦਾ ਪੂਰਾ, ਲੇਕਿਨ ਇਹਨੂੰ ਯਾਦ ਕਰਨਾ ਉਨਾ ਹੀ ਆਸਾਨ ਹੈ। ਕਈ ਲੋਕ ਇਹ ਟ੍ਰਿਕਾਂ ਲਾਉਂਦੇ ਰਹਿੰਦੇ ਵੀ ਟ੍ਰਿਕਾਂ ਲਾ ਕੇ ਯਾਦ ਕਰੀਏ, ਟ੍ਰਿਕਸ ਨਾਲ ਯਾਦ ਕਰੀਏ, ਲੇਕਿਨ ਕਿਹਾ ਉਹਦੇ ਨਾਲ ਆਪਾਂ ਨੂੰ ਯਾਦ ਤੁਸੀਂ ਕਰ ਲਓ ਫਿਰ ਬਾਅਦ ਚ ਟ੍ਰਿਕਾਂ ਭੁੱਲ ਜਾਂਦੀਆਂ ਨੇ। ਇਸ ਲਈ ਆਪਾਂ ਨੂੰ ਇਤਿਹਾਸ ਦੀ ਗੱਲ ਤਾਂ ਇਹ ਹੁੰਦੀ ਹੈ ਕਿ ਇਤਿਹਾਸ ਨੂੰ ਅਗਰ ਆਪਾਂ ਚੈਪਟਰ ਵਾਈਜ਼ ਸਿਸਟਮ ਨਾਲ ਇੱਕ ਵਾਰੀ ਪੜ੍ਹ ਲਈਏ, ਲਾਈਨ ਵਾਈਜ਼ ਪੜ੍ਹ ਲਈਏ ਚੀਜ਼ਾਂ ਨੂੰ, ਤਾਂ ਆਪਾਂ ਨੂੰ ਜਿਹੜਾ ਹੈ ਉਹ ਹਿਸਟਰੀ ਤਰੀਕੇ ਨਾਲ ਯਾਦ ਹੋ ਜਾਂਦੀ ਹੈ। ਆਪਾਂ ਨੂੰ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਟ੍ਰਿਕ ਲਾਉਣ ਦੀ ਇੱਥੇ ਜ਼ਰੂਰਤ ਨਹੀਂ ਹੈਗੀ। ਬਸ ਧਿਆਨ ਨਾਲ ਤੁਸੀਂ ਇਸ ਵੀਡੀਓ ਨੂੰ ਦੇਖਣਾ ਹੈ, 2-3 ਵਾਰੀ ਰਿਪੀਟ ਕਰ ਲੈਣਾ ਹੈ, ਠੀਕ ਹੈ। ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਨੋਟਸ ਦਿਖਾ ਰਿਹਾ ਇਸੇ ਤਰ੍ਹਾਂ ਤੁਸੀਂ ਜਿਹੜਾ ਹੈ ਕਿਸੇ ਚਾਰਟ ਦੇ ਉੱਪਰ ਬਣਾ ਕੇ ਇੱਕ ਵਾਰੀ ਤਾਂ ਰੱਖ ਲੈਣਾ, ਉਹਨੂੰ 2-3 ਵਾਰੀ ਪੜ੍ਹ ਲਿਓ, ਤੁਹਾਨੂੰ ਬਿਲਕੁਲ ਸਾਰੀ ਹਿਸਟਰੀ ਜਿਹੜੀ ਇਹਦੀ ਯਾਦ ਆ ਜਾਏਗੀ, ਠੀਕ ਹੈ ਜੀ। ਤਾਂ ਆਪਾਂ ਸਲਤਨਤ ਕਾਲ ਦੇ ਬਾਰੇ ਚ ਆਪਾਂ ਜਿਹੜਾ ਹੈ ਸਟਾਰਟ ਕਰਾਂਗੇ, ਸਟੱਡੀ ਕਰਦੇ ਹਾਂ। ਥੋੜੀ ਜੀ ਉਸ ਤੋਂ ਪਹਿਲਾਂ ਕਿ ਇਹਨੂੰ ਸਟਾਰਟ ਕਰੀਏ ਆਪਾਂ ਥੋੜੀ ਜੀ ਬੈਕਗਰਾਉਂਡ ਤੇ ਨਜ਼ਰ ਮਾਰ ਲਈਏ ਮਾੜਾ ਜਿਹਾ, ਕਿ ਆਪਾਂ ਮੱਧਕਾਲ ਦੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ ਭਾਰਤ ਤੇ ਜਦੋਂ ਇਸਲਾਮਿਕ ਹਮਲੇ ਜਿਹੜੇ ਸ਼ੁਰੂ ਹੁੰਦੇ ਨੇ ਤਾਂ ਸ਼ੁਰੂ ਵਿੱਚ ਜਿਹੜਾ ਹੈ ਮੁਹੰਮਦ ਬਿਨ ਕਾਸਿਮ ਤੋਂ ਜਿਹੜਾ ਹੈ ਸ਼ੁਰੂਆਤ ਹੁੰਦੀ ਹੈ। ਮੁਹੰਮਦ ਬਿਨ ਕਾਸਿਮ ਜਿਹੜੇ ਹੈ ਪਹਿਲੇ ਇਸਲਾਮਿਕ ਧਰਮ ਜਿਹੜੇ ਹਮਲੇ ਕਰਦੇ ਨੇ ਉਹ ਮੁਹੰਮਦ ਬਿਨ ਕਾਸਿਮ ਤੋਂ ਸਟਾਰਟ ਹੁੰਦਾ ਹੈ, ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਪ੍ਰਮੁੱਖ ਰਹਿੰਦੇ ਨੇ ਉਹ ਮੁਹੰਮਦ ਗੌਰੀ ਅਤੇ ਮਹਿਮੂਦ ਗਜ਼ਨਵੀ ਜਿਹੜੇ ਨੇ ਉਹ ਸ਼ਾਸਕ ਜਿਹੜੇ ਨੇ ਕਾਫੀ ਮਸ਼ਹੂਰ ਰਹਿੰਦੇ ਨੇ ਸਾਰੇ ਇਤਿਹਾਸ ਦੇ ਵਿੱਚ, ਠੀਕ ਹੈ, ਜਿਨ੍ਹਾਂ ਨੇ ਜਿਹੜਾ ਹੈ ਭਾਰਤ ਦੇ ਵਿੱਚ ਆ ਕੇ ਭਾਰਤੀਆਂ ਨੂੰ ਹਰਾਇਆ, ਠੀਕ ਹੈ। ਤੇ ਮੁਹੰਮਦ ਗੌਰੀ ਜਿਸਨੇ ਕਿ ਭਾਰਤ ਦੇ ਵਿੱਚ ਮਤਲਬ ਕਿ ਭਾਰਤੀਆਂ ਨੂੰ ਹਰਾਇਆ ਤਾਂ ਸੀਗਾ ਹੀ, ਨਾਲ ਦੇ ਨਾਲ ਇੱਥੇ ਭਾਰਤ ਦੇ ਵਿੱਚ ਉਹਨੇ ਆਪਣੀ ਜਿਹੜੀ ਹੈ ਸੱਤਾ ਵੀ ਜਿਹੜੀ ਉਹ ਕਾਫੀ ਕਾਇਮ ਕੀਤੀ, ਠੀਕ ਹੈ ਜੀ। ਤਾਂ ਉਹ ਜੋ ਮੁਹੰਮਦ ਗੌਰੀ ਦੀ ਜਿਹੜੀ ਹੈ 1206 ਦੇ ਵਿੱਚ ਡੈਥ ਹੋ ਜਾਂਦੀ ਹੈ। 1206 ਦੇ ਵਿੱਚ ਡੈਥ ਹੋ ਜਾਂਦੀ ਹੈ। ਡੈਥ ਹੋਣ ਤੋਂ ਬਾਅਦ ਜਿਹੜਾ ਹੈ ਜਿਹੜੇ ਉਹਨਾਂ ਨੇ ਇੱਥੇ ਆਪਣੇ ਸੱਤਾ ਸਥਾਪਿਤ ਕੀਤੀ ਸੀ, ਉਹਨਾਂ ਦੇ ਜਿਹੜੇ ਕੁਝ ਗੁਲਾਮ ਸੀਗੇ ਜਾਂ ਉਹਨਾਂ ਦੇ ਜਿਹੜੇ ਕੁਝ ਆਰਮੀ ਦੇ ਹੈੱਡ ਸੀਗੇ, ਉਹ ਜਿਹੜੇ ਨੇ ਉਹ ਇੱਥੇ ਰਹਿ ਜਾਂਦੇ ਨੇ ਇੰਡੀਆ ਦੇ ਭਾਰਤ ਦੇ ਵਿੱਚ। ਤਾਂ ਉਹ ਜਿਹੜਾ ਇੱਥੇ ਫਿਰ ਆਪਣੇ ਵੰਸ਼ ਜਿਹੜੇ ਹੈ ਆਪਣੀ ਸਲਤਨਤ ਆਪ ਸਟਾਰਟ ਕਰਦੇ ਆ। ਤਾਂ ਜਿਹੜਾ ਭਾਰਤ ਦੇ ਵਿੱਚ ਫਿਰ ਬਾਕੀ ਦਾ ਇਤਿਹਾਸ ਹੈ ਇਸ ਸਲਤਨਤ ਕਾਲ ਦੇ ਨਾਮ ਨਾਲ ਜਿਹੜਾ ਫਿਰ ਜਾਣਿਆ ਜਾਂਦਾ ਹੈ, ਠੀਕ ਹੈ ਜੀ। ਜਿਹੜੇ ਵੀ ਉਹਨਾਂ ਦੇ ਸੈਨਾਪਤੀ ਸੀ ਉਹਨਾਂ ਨੇ ਫਿਰ ਇਸ ਦੀ ਸ਼ੁਰੂਆਤ ਕੀਤੀ, ਠੀਕ ਹੈ ਜੀ। ਗੁਲਾਮ ਸੀਗੇ ਉਹਨਾਂ ਦੇ ਜਿਹੜੇ ਇੱਥੇ ਰਹਿ ਗਏ ਸੀਗੇ। ਸੋ 1206 ਦੇ ਵਿੱਚ ਜਿਹੜਾ ਹੈ ਮੁਹੰਮਦ ਗੌਰੀ ਤੋਂ ਬਾਅਦ ਜਿਹੜਾ ਹੈ ਸਲਤਨਤ ਕਾਲ ਦੀ ਸ਼ੁਰੂਆਤ ਹੁੰਦੀ ਹੈ, ਜਿਹੜੀ ਕਿ 1526 ਤੱਕ ਚੱਲਦੀ ਹੈ। 1526 ਦੇ ਵਿੱਚ ਬਾਬਰ ਆ ਕੇ ਜਿਹੜਾ ਹੈ ਸਲਤਨਤ ਕਾਲ ਜਿਹੜੇ ਗੁਲਾਮ ਵੰਸ਼ ਨੂੰ ਜਿਹੜਾ ਹੈ ਜਾਂ ਇਹ ਜਿਹੜੇ ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼, ਲੋਧੀ ਵੰਸ਼, ਇਹ ਜਿਹੜੇ ਵੰਸ਼ ਹੋਏ ਨੇ ਇਹਨਾਂ ਦਾ ਆ ਕੇ ਅੰਤ ਕਰਦਾ। ਦਿੱਲੀ ਸਲਤਨਤ ਦਾ ਅੰਤ ਜਿਹੜਾ ਹੁੰਦਾ 1526 ਦੇ ਵਿੱਚ ਹੁੰਦਾ ਹੈ। ਇਬਰਾਹਿਮ ਲੋਧੀ ਨੂੰ ਜਦੋਂ ਹਰਾ ਕੇ ਬਾਬਰ ਇੱਥੇ ਆਪਣਾ ਸੱਤਾ ਜਿਹੜੀ ਉਹ ਸਥਾਪਿਤ ਕਰਦਾ, ਠੀਕ ਹੈ ਜੀ। ਸੋ ਆਪਾਂ ਜਿਹੜਾ ਹੈ ਸਟਾਰਟ ਕਰਦੇ ਹਾਂ ਗੁਲਾਮ ਵੰਸ਼ ਤੋਂ। ਜਿਹੜੇ ਤੁਰਕੀ ਮੁਸਲਮਾਨ ਸੀਗੇ ਜਿਨ੍ਹਾਂ ਨੇ ਹਮਲੇ ਕੀਤੇ ਜਾਂ ਜਿਹੜੀ ਸਲਤਨਤ ਕਾਲ ਆਪਾਂ ਪੜ੍ਹ ਰਹੇ ਹਾਂ, ਇਹ ਕੀ ਕਰਦੇ ਸੀ ਜਦੋਂ ਇਹ ਆਪਣੀ ਸੱਤਾ ਕਾਇਮ ਕਰਦੇ ਸੀਗੇ ਜਾਂ ਆਪਣੇ ਰਾਜਗੱਦੀ ਤੇ ਬੈਠਦੇ ਸੀਗੇ, ਤਾਂ ਇਹ ਜਿਹੜੇ ਆਪਣੇ ਖਲੀਫਾ ਦੁਆਰਾ ਜਿਹੜਾ ਸੁਲਤਾਨ ਦੀ ਉਪਾਧੀ ਨੂੰ ਧਾਰਨ ਕਰਨ ਤੋਂ ਬਾਅਦ ਜਿਹੜਾ ਇਹ ਸ਼ਾਸਨ ਕਰਨਾ ਸ਼ੁਰੂ ਕਰਦੇ ਸੀਗੇ। ਤਾਂ ਉਹ ਸੁਲਤਾਨ ਦੀ ਉਪਾਧੀ ਦੇ ਨਾਮ ਤੋਂ ਵੀ ਜਿਹੜਾ ਹੈ ਇਸ ਦਾ ਨਾਮ ਜਿਹੜਾ ਹੈ ਸਲਤਨਤ ਕਾਲ ਰੱਖਿਆ ਜਾਂਦਾ ਹੈ, ਠੀਕ ਹੈ ਜੀ। ਇਸ ਨੂੰ ਦਿੱਲੀ ਸਲਤਨਤ ਵੀ ਜਿਹੜਾ ਹੈ ਦਿੱਲੀ ਸਲਤਨਤ ਦੇ ਨਾਮ ਨਾਲ ਵੀ ਜਿਹੜਾ ਪੜ੍ਹਿਆ ਜਾਂਦਾ ਹੈ, ਠੀਕ ਹੈ। ਸੋ ਗੁਲਾਮ ਵੰਸ਼ ਜਾਂ ਕਹਿ ਲਓ ਦਾਸ ਵੰਸ਼ ਜਾਂ ਮਮਲੂਕ ਵੰਸ਼, ਇਹ ਤਿੰਨੋਂ ਹੀ ਜਿਹੜੇ ਇੱਕੋ ਹੀ ਵੰਸ਼ ਦੇ ਸਾਰੇ ਤਿੰਨੋਂ ਨਾਮ ਨੇ। ਐਗਜ਼ਾਮਸ ਦੇ ਵਿੱਚ ਜਿਹੜਾ ਅਲੱਗ-ਅਲੱਗ ਕਰਕੇ ਕੋਈ ਵੀ ਨਾਮ ਪੁੱਛਿਆ ਜਾ ਸਕਦਾ ਹੈ, ਤਾਂ ਉਹਦੇ ਬਾਰੇ ਥੋੜਾ ਆਪਾਂ ਧਿਆਨ ਦੇਵਾਂਗੇ। ਇਹ ਵੰਸ਼ ਜਿਹੜਾ ਚੱਲਿਆ ਜੀ 1206 ਤੋਂ ਲੈ ਕੇ 1290 ਤੱਕ ਚੱਲਿਆ। ਇਹਦੇ ਵਿੱਚ ਵੀ ਅਲੱਗ-ਅਲੱਗ ਜਿਹੜੇ ਹੈ ਇਸ ਦੇ ਸ਼ਾਸਕ ਹੋਏ ਨੇ ਇਹਦੇ ਜਾ ਕੇ, ਜਿਨ੍ਹਾਂ ਬਾਰੇ ਆਪਾਂ ਪੜਾਂਗੇ।
ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਜਿਹੜਾ ਹੈ ਓਵਰਵਿਊ ਆਪਾਂ ਦੇਖ ਰਹੇ ਹਾਂ ਕਿ ਕਿਹੜੇ ਵੰਸ਼ ਜਿਹੜੇ ਆਏ। ਫਿਰ ਆਪਾਂ ਸਿੰਗਲ ਵੀਡੀਓ ਦੇ ਵਿੱਚ ਇੱਕ ਵੰਸ਼ ਨੂੰ ਜਿਹੜਾ ਹੈ ਡਿਟੇਲ ਦੇ ਵਿੱਚ ਪੜਾਂਗੇ, ਕਿਉਂਕਿ ਕਾਫੀ ਜ਼ਿਆਦਾ ਕੁਐਸਚਨ ਜਿਹੜੇ ਇਹਨਾਂ ਚੋਂ ਬਣ ਕੇ ਆਉਂਦੇ ਨੇ। ਅੱਜ ਆਪਾਂ ਓਵਰਵਿਊ ਥੋੜਾ ਦੇਖਦੇ ਹਾਂ ਕਿ ਕੀ ਹੋ ਰਿਹਾ ਸੀਗਾ। ਤਾਂ ਪਹਿਲੇ ਜਿਵੇਂ ਕੁਤਬੁਦੀਨ ਐਬਕ ਹੈ। ਕੁਤਬੁਦੀਨ ਐਬਕ ਨੇ ਜਿਹੜਾ ਹੈ ਉਹ ਗੁਲਾਮ ਵੰਸ਼ ਦੀ ਸ਼ੁਰੂਆਤ ਕੀਤੀ, ਕਿਉਂਕਿ ਜਿਹੜਾ ਮੁਹੰਮਦ ਗੌਰੀ ਸੀਗਾ, ਮੁਹੰਮਦ ਗੌਰੀ ਨੇ ਕੁਤਬੁਦੀਨ ਐਬਕ ਨਾਲ ਮਿਲ ਕੇ ਹੀ ਜਿਹੜਾ ਹੈ ਉਹ ਪ੍ਰਿਥਵੀਰਾਜ ਚੌਹਾਨ ਨੂੰ ਹਰਾਇਆ ਸੀਗਾ। ਇਸ ਲਈ ਕੁਤਬੁਦੀਨ ਐਬਕ ਨੂੰ ਜਿਹੜਾ ਹੈ ਉਹ ਕਾਫੀ ਮੰਨਦਾ ਸੀਗਾ। ਉਸ ਦੀ ਮ੍ਰਿਤੂ ਤੋਂ ਬਾਅਦ, ਉਸ ਦੀ ਗੌਰੀ ਦੀ ਡੈਥ ਤੋਂ ਬਾਅਦ ਕੁਤਬੁਦੀਨ ਐਬਕ ਜਿਹੜਾ ਹੈ ਇਹ ਲਾਹੌਰ ਤੋਂ ਸ਼ਾਸਨ ਕਰਨਾ ਸ਼ੁਰੂ ਕਰਦਾ ਹੈ। ਲਾਹੌਰ ਤੋਂ ਸ਼ਾਸਨ ਚਲਾਉਣਾ ਸ਼ੁਰੂ ਕਰਦਾ ਹੈ ਤੇ ਲਾਹੌਰ ਨੂੰ ਆਪਣੀ ਇਹ ਸ਼ੁਰੂਆਤੀ ਰਾਜਧਾਨੀ ਜਿਹੜੀ ਹੈ ਬਣਾਉਂਦੇ ਨੇ। ਤਾਂ ਰਾਜਧਾਨੀ ਦੀ ਸ਼ੁਰੂਆਤ ਹੁੰਦੀ ਹੈ ਲਾਹੌਰ ਤੋਂ। ਠੀਕ ਹੈ ਜੀ। ਤਾਂ ਕੁਤਬੁਦੀਨ ਕੌਣ ਸੀਗਾ? ਇਹ ਇੱਕ ਗੁਲਾਮ ਸੀਗਾ ਜਿਹੜਾ ਕਿ ਮੁਹੰਮਦ ਗੌਰੀ ਦਾ ਗੁਲਾਮ ਸੀ। ਠੀਕ ਹੈ। ਉਸ ਤੋਂ ਬਾਅਦ ਇਹ ਜਿਹੜਾ ਹੈ 1206 ਤੋਂ ਲੈ ਕੇ 1210 ਤੱਕ 4 ਸਾਲ ਹੀ ਰਾਜ ਕਰ ਪਾਉਂਦਾ ਹੈ, ਕਿਉਂਕਿ ਇਹਦੀ ਘੋੜੇ ਤੋਂ ਡਿੱਗ ਕੇ ਕਹਿੰਦੇ ਵੀ ਡੈਥ ਹੋ ਜਾਂਦੀ ਹੈ ਘੋੜੇ ਤੋਂ ਡਿੱਗਣ ਤੋਂ ਬਾਅਦ। ਫਿਰ ਇਸ ਤੋਂ ਬਾਅਦ ਇਸ ਦਾ ਮੁੰਡਾ ਜਿਹੜਾ ਹੈ, ਇਸ ਦਾ ਲੜਕਾ ਆਰਾਮ ਸ਼ਾਹ, ਇਹ ਗੱਦੀ ਤੇ ਬੈਠਦਾ ਹੈ 1210 ਦੇ ਵਿੱਚ। ਲੇਕਿਨ ਇਹ ਵੀ ਕੁਝ 7-8 ਮਹੀਨੇ ਹੀ ਸ਼ਾਸਨ ਕਰ ਪਾਉਂਦਾ ਹੈ। ਇਸ ਨੂੰ ਗੱਦੀ ਤੋਂ ਹਟਾ ਕੇ ਇਲਤੁਤਮਿਸ਼ ਗੱਦੀ ਤੇ ਬੈਠ ਜਾਂਦਾ ਹੈ। ਇਲਤੁਤਮਿਸ਼ ਜਿਹੜਾ ਸੀ ਉਹ ਵੀ ਇੱਕ ਗੁਲਾਮ ਸੀਗਾ। ਇਹ ਗੱਦੀ ਤੇ ਬੈਠਦਾ ਹੈ। ਇਹ 1210 ਤੋਂ ਲੈ ਕੇ 1235 ਤੱਕ ਜਿਹੜਾ ਹੈ ਇਹ 1236 ਤੱਕ ਇਹ ਸ਼ਾਸਨ ਚਲਾਉਂਦਾ ਹੈ। ਗੁਲਾਮ ਵੰਸ਼ ਦਾ ਜਿਹੜਾ ਸੰਸਥਾਪਕ ਮੰਨਿਆ ਜਾਂਦਾ ਹੈ, ਅਸਲੀ ਸੰਸਥਾਪਕ ਤਾਂ ਹੈਗਾ ਕੁਤਬੁਦੀਨ ਐਬਕ, ਲੇਕਿਨ ਅਗਰ ਪੁੱਛਿਆ ਜਾਵੇ ਕਿ ਵਾਸਤਵਿਕ ਅਸਲ ਚ ਸੰਸਥਾਪਕ ਕੌਣ ਹੈ ਤਾਂ ਉਹ ਇਲਤੁਤਮਿਸ਼ ਸੀਗਾ, ਕਿਉਂਕਿ ਕੁਤਬੁਦੀਨ ਐਬਕ ਜਿਹੜਾ ਹੈ ਉਹ 1206 ਤੋਂ ਲੈ ਕੇ 1210 ਤੱਕ ਸਿਰਫ 4 ਸਾਲ ਹੀ ਰਾਜ ਕੀਤਾ। ਅਸਲ ਦੇ ਵਿੱਚ ਜਿਹੜਾ ਗੁਲਾਮ ਵੰਸ਼ ਨੂੰ ਮਤਲਬ ਹਾਈਟਸ ਤੱਕ ਲੈ ਕੇ ਗਿਆ, ਕਾਫੀ ਇੰਪਰੂਵਮੈਂਟ ਕੀਤੀ, ਕਾਫੀ ਚੇਂਜਸ ਲਿਆਇਆ, ਤਾਂ ਉਹ ਲੈ ਕੇ ਆਇਆ ਸੀ ਇਲਤੁਤਮਿਸ਼। ਇਸ ਲਈ ਅਸਲੀ ਸੰਸਥਾਪਕ ਜਿਹੜਾ ਹੈ ਉਹ ਇਲਤੁਤਮਿਸ਼ ਨੂੰ ਜਿਹੜਾ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਆਉਂਦੇ ਹੈ ਜੀ, ਉਸ ਤੋਂ ਬਾਅਦ ਵੀ ਕਈ ਸਾਰੇ ਹੋਰ ਸ਼ਾਸਕ ਜਿਹੜੇ ਆਏ, ਜਿਵੇਂ ਰੁਕਨੁਦੀਨ ਫਿਰੋਜ਼ ਸ਼ਾਹ, ਰਜ਼ੀਆ ਸੁਲਤਾਨਾ। ਇਹਨਾਂ ਦੇ ਵਿੱਚੋਂ ਰਜ਼ੀਆ ਸੁਲਤਾਨਾ ਜਿਹੜੀ ਹੈ ਇਹ ਇੱਕ ਪ੍ਰਮੁੱਖ ਸ਼ਾਸਿਕਾ ਰਹੀ ਹੈ, ਜਾਂ ਕਹਿ ਲਓ ਲੇਡੀਜ਼ ਦੇ ਵਿੱਚ ਕਿਹਾ ਜਾਂਦਾ ਕਿ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਹਿਲੀ ਜਿਹੜੀ ਲੇਡੀ ਸੀਗੀ ਉਹ ਰਜ਼ੀਆ ਸੁਲਤਾਨਾ ਸੀਗੀ, ਜਿਸ ਨੇ ਸ਼ਾਸਨ ਕੀਤਾ। ਰਜ਼ੀਆ ਸੁਲਤਾਨਾ ਤੋਂ ਬਾਅਦ ਫਿਰ 3 ਹੋਰ ਸ਼ਾਸਕ ਆਉਂਦੇ ਨੇ, ਬਹਿਰਾਮ ਸ਼ਾਹ, ਅਲਾਉਦੀਨ ਮਸੂਰ, ਨਸੀਰੁਦੀਨ ਮਹਿਮੂਦ। ਲੇਕਿਨ ਇਹਨਾਂ ਦੇ ਸਮੇਂ ਜਿਹੜੇ ਹੈ ਕੋਈ ਖਾਸ ਇੰਪੋਰਟੈਂਟ ਘਟਨਾ, ਕੋਈ ਇੰਪੋਰਟੈਂਟ ਕੰਮ ਨਹੀਂ ਹੋਇਆ ਜਿਹਦੇ ਚੋਂ ਕੋਈ ਕੁਐਸਚਨ ਪੁੱਛੇ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਹੈ ਅੱਗੇ ਆਉਂਦਾ ਗਿਆਸੁਦੀਨ ਬਲਬਨ, ਜਿਹੜਾ ਕਿ ਹੋਰ ਇੰਪੋਰਟੈਂਟ। ਰਜ਼ੀਆ ਸੁਲਤਾਨਾ ਤੋਂ ਬਾਅਦ ਜਦੋਂ ਇਹ ਵਾਲੇ ਸ਼ਾਸਕ ਆਉਂਦੇ ਨੇ ਜੀ, ਤਾਂ ਇੱਥੇ ਗੁਲਾਮ ਵੰਸ਼ ਜਿਹੜਾ ਹੈ ਉਹ ਪਹਿਲਾਂ ਹੀ ਡਾਊਨ ਚੱਲ ਰਿਹਾ ਹੁੰਦਾ, ਥੱਲੇ ਵੱਲ ਚੱਲ ਰਿਹਾ, ਇੱਥੇ ਆ ਕੇ ਹੋਰ ਡਾਊਨ ਹੋ ਜਾਂਦਾ, ਤਾਂ ਇਹ ਖਤਮ ਹੋਣ ਦੇ ਕਗਾਰ ਤੇ ਆ ਜਾਂਦਾ। ਫਿਰ ਗਿਆਸੁਦੀਨ ਬਲਬਨ ਆ ਕੇ ਜਿਹੜਾ ਹੈ ਆਪਣੇ ਇਸ ਸ਼ਾਸਨ ਨੂੰ, ਗੁਲਾਮ ਵੰਸ਼ ਨੂੰ ਸੰਭਾਲਦਾ ਹੈ ਅਤੇ ਫਿਰ ਤੋਂ ਜਿਹੜਾ ਹੈ ਦੁਬਾਰਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਲੇਕਿਨ ਗਿਆਸੁਦੀਨ ਬਲਬਨ ਤੋਂ ਬਾਅਦ ਜਿਹੜਾ ਹੈ ਸ਼ਾਸਕ ਆਉਂਦਾ ਹੈ ਕੈਕੂਬਾਦ। ਗਿਆਸੁਦੀਨ ਦਾ ਮੁੰਡਾ ਕੈਕੂਬਾਦ ਬੈਠਦਾ ਹੈ। ਇਹ ਜਿਹੜਾ ਹੈ ਇਹ ਵੀ ਕੁਝ ਵਧੀਆ ਸ਼ਾਸਨ ਨਹੀਂ ਚਲਾ ਪਾਉਂਦਾ, 87 ਤੋਂ 90 ਤੱਕ ਸ਼ਾਸਨ ਕਰਦਾ ਹੈ। ਫਿਰ ਉਸ ਤੋਂ ਬਾਅਦ ਜਿਹੜਾ ਹੈ ਕਿਊਮਰਸ, ਇਹ 1290 ਚ ਹੀ ਜਿਹੜਾ ਹੈ ਖਤਮ ਹੋ ਜਾਂਦਾ ਹੈ। ਕਿਊਮਰਸ ਨੂੰ ਜਿਹੜਾ ਹੈ ਮਾਰ ਕੇ, ਕਿਊਮਰਸ ਦੀ ਹੱਤਿਆ ਕਰਕੇ ਜਲਾਲੁਦੀਨ ਫਿਰੋਜ਼ ਖਿਲਜੀ ਜਿਹੜਾ ਹੈ ਇਹ ਗੱਦੀ ਤੇ ਬੈਠਦਾ ਹੈ ਤੇ ਖਿਲਜੀ ਵੰਸ਼ ਦੀ ਜਿਹੜੀ ਹੈ ਸਥਾਪਨਾ ਕਰਦਾ ਹੈ। 1290 ਦੇ ਵਿੱਚ ਖਿਲਜੀ ਵੰਸ਼ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਜਲਾਲੁਦੀਨ ਫਿਰੋਜ਼ ਖਿਲਜੀ ਦੁਆਰਾ। ਠੀਕ ਹੈ। ਇਹ ਜਿਹੜਾ ਹੈ 1290 ਤੋਂ ਲੈ ਕੇ 1296 ਤੱਕ ਹੀ ਜਿਹੜਾ ਰਾਜ ਕਰਦਾ। ਤਾਂ ਇਹ ਜਿਹੜੇ ਗੁਲਾਮ ਵੰਸ਼, ਦਾਸ ਵੰਸ਼ ਜਾਂ ਮਮਲੂਕ ਵੰਸ਼, ਇਹਨਾਂ ਨੂੰ ਹੀ ਕਿਹਾ ਜਾਂਦਾ। ਇਹਨਾਂ ਦੇ ਵਿੱਚ 11 ਜਿਹੜੇ ਨੇ ਸ਼ਾਸਕ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਦੇਖਿਆ ਜਾਏ ਤਾਂ ਦੇਖੋ, ਇੱਕ ਕੁਤਬੁਦੀਨ ਐਬਕ, ਇੱਕ ਇਲਤੁਤਮਿਸ਼ ਅਤੇ ਇੱਕ ਗਿਆਸੁਦੀਨ ਬਲਬਨ। ਇਹ 3 ਇਹੋ ਜਿਹੇ ਰਾਜੇ ਹੋਏ ਨੇ ਜਿਹੜੇ ਕਿ ਗੁਲਾਮ ਵੰਸ਼ ਤੋਂ ਆਏ ਸੀ, ਤਾਂ ਬਾਕੀ ਜਿਹੜੇ ਸੀ ਉਹ ਗੁਲਾਮ ਨਹੀਂ ਸੀਗੇ। ਇਹਨਾਂ ਨੇ ਡਾਇਰੈਕਟ ਗੁਲਾਮੀ ਤੋਂ ਇੱਥੇ ਕੰਮ ਸਟਾਰਟ ਕੀਤਾ। ਤਾਂ ਇਸ ਲਈ ਕਾਫੀ ਜਿਹੜੇ ਇਤਿਹਾਸਕਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ 11 ਦੇ ਵਿੱਚੋਂ ਸਿਰਫ 3 ਹੀ ਜਿਹੜੇ ਸੀਗੇ ਉਹ ਗੁਲਾਮ ਸੀਗੇ, ਇਸ ਲਈ ਇਸ ਨੂੰ ਗੁਲਾਮ ਵੰਸ਼ ਨਹੀਂ ਕਿਹਾ ਜਾ ਸਕਦਾ। ਤੇ ਇਸ ਤੋਂ ਇਲਾਵਾ ਆਪਾਂ ਇੱਕ ਪੁਆਇੰਟ ਹੋਰ ਯਾਦ ਰੱਖਾਂਗੇ ਕਿ ਜਿਹੜਾ ਇਹ ਪਹਿਲੇ 2 ਨੇ, ਫਸਟ 2 ਕੁਤਬੁਦੀਨ ਐਬਕ ਅਤੇ ਆਰਾਮ ਸ਼ਾਹ, ਇਹ ਜਿਹੜੇ ਸੀ ਇਹ ਕੁਤਬੀ ਵੰਸ਼ ਨਾਲ ਜਿਹੜਾ ਹੈ ਉਹ ਤਾਲੁਕ ਰੱਖਦੇ ਸੀਗੇ, ਕੁਤਬੀ ਵੰਸ਼ ਨਾਲ। ਠੀਕ ਹੈ। ਉਸ ਤੋਂ ਬਾਅਦ ਇਲਤੁਤਮਿਸ਼ ਤੋਂ ਲੈ ਕੇ ਇੱਥੇ ਤੱਕ, ਇਹ ਜਿਹੜੇ ਇਲਤੁਤਮਿਸ਼ ਤੋਂ ਲੈ ਕੇ ਨਸੀਰੁਦੀਨ ਮਹਿਮੂਦ ਤੱਕ ਜਿਹੜੇ ਇਹ ਸਾਰੇ ਜਿਹੜੇ ਰਾਜੇ ਸੀਗੇ ਇਹ ਸ਼ਮਸ਼ੀ ਵੰਸ਼ ਨਾਲ ਜਿਹੜਾ ਰੱਖਦੇ ਸੀ ਸੰਬੰਧ। ਸ਼ਮਸ਼ੀ
ਵੰਸ਼। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜੇ ਗਿਆਸੁਦੀਨ ਤੋਂ ਲੈ ਕੇ ਕਿਊਮਰਸ ਤੱਕ, ਇਹ ਲਾਸਟ ਵਾਲੇ 3 ਜਿਹੜੇ ਸੀਗੇ ਇਹ ਬਲਬਨੀ ਵੰਸ਼ ਨਾਲ ਜਿਹੜਾ ਹੈ ਇਹ ਸੰਬੰਧ ਰੱਖਦੇ ਸੀਗੇ। ਤਾਂ ਇਹ ਜਿਹੜੇ ਸੀਗੇ ਅਲੱਗ-ਅਲੱਗ ਵੰਸ਼ਾਂ ਦੇ ਵਿੱਚ ਵੀ ਅੰਦਰ ਸੀਗੇ। ਇਸ ਲਈ ਜਿਹੜਾ ਹੈ ਕਈ ਇਤਿਹਾਸ ਕਹਿੰਦੇ ਕਿ ਸਾਰਿਆਂ ਨੂੰ ਗੁਲਾਮ ਵੰਸ਼ ਕਹਿਣ ਤੋਂ ਚੰਗਾ ਹੈਗਾ ਕਿਸੇ ਨੂੰ ਮਮਲੂਕ ਵੰਸ਼ ਕਿਹਾ ਜਾਵੇ, ਕਿਉਂਕਿ ਇਹ ਆਪਸ ਦੇ ਵਿੱਚ ਵੀ ਜਿਹੜਾ ਹੈ ਅਲੱਗ-ਅਲੱਗ ਵੰਸ਼ਾਂ ਤੋਂ ਵੰਡੇ ਹੋਏ ਸੀਗੇ, ਇਸ ਲਈ ਇਹਨੂੰ ਮਮਲੂਕ ਵੰਸ਼ ਵੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਠੀਕ ਹੈ ਜੀ, ਉੱਥੋਂ ਇਹ ਨਾਮ ਪਿਆ ਮਮਲੂਕ ਵੰਸ਼। ਅੱਗੇ ਜੇ ਆਪਾਂ ਪੜ੍ਹ ਰਹੇ ਹਾਂ ਖਿਲਜੀ ਵੰਸ਼। ਖਿਲਜੀ ਵੰਸ਼ ਜਿਹੜਾ ਹੈ ਜੀ, ਖਿਲਜੀ ਵੰਸ਼ ਦੇ ਵਿੱਚ ਆਪਾਂ ਪੜ੍ਹਿਆ ਕਿ ਜਲਾਲੂਦੀਨ ਫਿਰੋਜ਼ ਖਿਲਜੀ ਜਿਹੜਾ ਹੈ ਇਸ ਦੀ ਸਥਾਪਨਾ ਕੀਤੀ ਖਿਲਜੀ ਵੰਸ਼ ਦੀ। ਇਹ 1290 ਤੋਂ 96 ਤੱਕ ਹੀ ਜਿਹੜਾ ਹੈ ਉਹ ਰਾਜ ਕਰ ਪਾਉਂਦਾ ਹੈ, ਕਿਉਂਕਿ ਪੂਰੇ ਜਿਹੜਾ ਹੈ ਸਲਤਨਤ ਕਾਲ ਦੇ ਵਿੱਚ ਜਿਹੜਾ ਸਭ ਤੋਂ ਵੱਧ ਉਮਰ ਦਾ ਜਿਹੜਾ ਸ਼ਾਸਕ ਬਣਦਾ ਹੈ ਉਹ ਹੈਗਾ ਜੀ ਜਲਾਲੂਦੀਨ ਫਿਰੋਜ਼ ਖਿਲਜੀ, ਜਿਹੜਾ ਕਿ ਕਾਫੀ ਉਮਰ ਦਾ ਹੁੰਦਾ ਹੈ। ਉਮਰ ਦਰਾਜ ਹੋਣ ਦੇ ਨਾਤੇ ਇਹਦੇ ਜਿਹੜੇ 6 ਸਾਲ ਹੀ ਰਾਜ ਕਰ ਪਾਉਂਦਾ, ਫਿਰ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹਦੇ ਜਿਹੜੇ ਵੰਸ਼ਜ ਨੇ, ਫਿਰ ਅੱਗੇ ਅਲਾਉਦੀਨ ਖਿਲਜੀ ਜਿਹੜਾ ਕਿ ਇਹਦਾ ਭਤੀਜਾ ਸੀ, ਉਹ ਬੈਠਦਾ ਆਪਣੇ ਗੱਦੀ ਦੇ ਉੱਪਰ। ਇਹੀ ਜਿਹੜਾ ਹੈ ਅਲਾਉਦੀਨ ਖਿਲਜੀ ਵੰਸ਼ ਦੇ ਵਿੱਚੋਂ ਜਿਹੜਾ ਸਭ ਤੋਂ ਪ੍ਰਸਿੱਧ ਸ਼ਾਸਕ ਹੋਇਆ ਅਲਾਉਦੀਨ ਖਿਲਜੀ ਹੋਇਆ, ਜਿਹੜਾ ਕਿ ਆਪਣੀ ਬਾਜ਼ਾਰ ਵਿਵਸਥਾ ਲਈ ਜਾਂ ਸੈਨਿਕ ਵਿਵਸਥਾ ਲਈ ਜਿਹੜੀ ਹੈ ਉਹ ਕਾਫੀ ਪ੍ਰਸਿੱਧ ਰਿਹਾ। ਤਾਂ ਕੁਐਸਚਨ ਜਿਹੜੇ ਆ ਅਲਾਉਦੀਨ ਖਿਲਜੀ ਤੋਂ ਪੁੱਛੇ ਜਾਂਦੇ ਨੇ ਜੀ। ਠੀਕ ਹੈ, ਉਸ ਤੋਂ ਬਾਅਦ ਜੀ ਹੋਰ ਜਿਹੜੇ ਸ਼ਾਸਕ ਹੋਏ ਸਾਰੇ ਇੰਨੇ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਕਿਉਂਕਿ ਇਹਨਾਂ 'ਚੋਂ ਕੁਐਸਚਨ ਨਹੀਂ ਬਣਦੇ। ਇਹਦੇ ਨਾਲ ਹੀ ਖਿਲਜੀ ਵੰਸ਼ ਜਿਹੜਾ ਹੈ ਨਸੀਰੂਦੀਨ ਖਿਲਜੀ ਤੇ ਆ ਕੇ ਜਿਹੜਾ ਖਤਮ ਹੋ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਹੈ ਨੈਕਸਟ ਬਣਦਾ ਆਪਣਾ ਉਹ ਹੈ ਤੁਗਲਕ ਵੰਸ਼। ਗਿਆਸੂਦੀਨ ਤੁਗਲਕ ਜਿਹੜਾ ਹੈ ਉਸਨੇ ਸ਼ੁਰੂਆਤ ਕੀਤੀ ਤੁਗਲਕ ਵੰਸ਼ ਦੀ 1320 ਦੇ ਵਿੱਚ, ਤੇ 1398 ਤੱਕ ਜਿਹੜਾ ਚੱਲਿਆ ਤੁਗਲਕ ਵੰਸ਼, ਗਿਆਸੂਦੀਨ ਤੁਗਲਕ। ਉਸ ਤੋਂ ਬਾਅਦ ਆਉਂਦਾ ਜੀ ਮੁਹੰਮਦ ਬਿਨ ਤੁਗਲਕ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਹੈ ਫਿਰੋਜ਼ ਸ਼ਾਹ ਤੁਗਲਕ, ਫਿਰ ਨਸੀਰੂਦੀਨ ਮਹਿਮੂਦ ਤੁਗਲਕ। ਇਹਨਾਂ ਦੇ ਵਿੱਚੋਂ ਦੇਖੋ ਜਿਹੜਾ ਮੁਹੰਮਦ ਬਿਨ ਤੁਗਲਕ ਹੈ, ਪੂਰੇ ਸਲਤਨਤ ਕਾਲ ਦੇ ਵਿੱਚੋਂ ਜਿਹੜਾ ਮੁਹੰਮਦ ਬਿਨ ਤੁਗਲਕ ਹੈ ਇਹ ਸਭ ਤੋਂ ਵੱਧ ਪੜ੍ਹਿਆ ਲਿਖਿਆ ਸ਼ਾਸਕ ਮੰਨਿਆ ਜਾਂਦਾ ਸੀਗਾ, ਵੀ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਜਿਹੜਾ ਸ਼ਾਸਕ ਸੀਗਾ ਉਹ ਮੁਹੰਮਦ ਬਿਨ ਤੁਗਲਕ ਸੀਗਾ। ਪਰ ਜਿੰਨਾ ਇਹ ਪੜ੍ਹਿਆ ਲਿਖਿਆ ਸੀਗਾ ਮੁਹੰਮਦ ਬਿਨ ਤੁਗਲਕ, ਉਹਨਾਂ ਇਹ ਆਪਣੇ ਸ਼ਾਸਨ ਦੇ ਵਿੱਚ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਿਆ। ਠੀਕ ਹੈ ਜੀ, ਇਸਨੇ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਅਲੱਗ-ਅਲੱਗ ਚੀਜ਼ਾਂ ਚਲਾਉਣ ਦੀਆਂ, ਸਾਰਿਆਂ ਦੇ ਵਿੱਚ ਜਿਹੜਾ ਅਸਫਲ ਰਿਹਾ। ਸਭ ਤੋਂ ਪਹਿਲਾਂ ਜਿਹੜਾ ਹੈ ਇਸਨੇ ਜਿਵੇਂ ਦਿੱਲੀ ਤੋਂ ਰਾਜਧਾਨੀ ਜਿਹੜੀ ਹੈ ਉਹ ਦੇਵਗਿਰੀ ਸਥਾਪਿਤ ਕਰਨਾ ਚਾਹੀ, ਉਹਦੇ 'ਚ ਵੀ ਇਹ ਫੇਲ ਹੋ ਗਿਆ। ਫਿਰ ਉਸ ਤੋਂ ਕਈ ਤਰ੍ਹਾਂ ਦੀਆਂ ਅਲੱਗ-ਅਲੱਗ ਸਿੱਕੇ ਚਲਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਵੀ ਇਹ ਫੇਲ ਹੋ ਗਿਆ। ਤਾਂ ਇਹ ਜਿਹੜਾ ਸੀਗਾ ਜਿੰਨਾ ਪੜ੍ਹਿਆ ਲਿਖਿਆ ਸੀਗਾ, ਲੇਕਿਨ ਉਹਨਾਂ ਇਹ ਸਕਸੈਸ ਹਾਸਿਲ ਨਹੀਂ ਕਰ ਪਾਇਆ। ਠੀਕ ਹੈ ਜੀ, ਦਿੱਲੀ ਤੋਂ ਇਹ ਦੇਵਗਿਰੀ ਰਾਜਧਾਨੀ ਲੈ ਗਿਆ ਸੀਗਾ। ਤਾਂ ਪਹਿਲਾਂ ਆਪਾਂ ਪੜ੍ਹਿਆ ਸੀਗਾ ਗੁਲਾਮ ਵੰਸ਼ ਦੇ ਵਿੱਚ ਕਿ ਇਹਨਾਂ ਨੇ ਜਿਹੜਾ ਹੈ ਲਾਹੌਰ ਤੋਂ ਆਪਣਾ ਸ਼ਾਸਨ ਕਰਨਾ ਸ਼ੁਰੂ ਕੀਤਾ। ਬਾਅਦ 'ਚ ਜਿਹੜਾ ਇਲਤੁਤਮਿਸ਼ ਸੀਗਾ, ਇਲਤੁਤਮਿਸ਼ ਜਿਹੜਾ ਹੈ ਉਹ ਰਾਜਧਾਨੀ ਜਿਹੜੀ ਹੈ ਲਾਹੌਰ ਤੋਂ ਦਿੱਲੀ ਸ਼ਿਫਟ ਕਰਦਾ ਹੈ, ਦਿੱਲੀ ਨੂੰ ਆਪਣੀ ਰਾਜਧਾਨੀ ਬਣਾਉਂਦਾ ਹੈ। ਉਸ ਤੋਂ ਬਾਅਦ ਜਿਹੜਾ ਲਗਭਗ ਸਲਤਨਤ ਕਾਲ ਦੇ ਵਿੱਚ ਜਿਹੜਾ ਦਿੱਲੀ ਸੈਂਟਰ ਰਾਜਧਾਨੀ ਬਣੀ ਰਹਿੰਦੀ ਹੈ। ਸਿਰਫ ਮੁਹੰਮਦ ਬਿਨ ਤੁਗਲਕ ਇਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਦਿੱਲੀ ਤੋਂ ਦੇਵਗਿਰੀ, ਲੇਕਿਨ ਉੱਥੇ ਸਕਸੈਸ ਨਹੀਂ ਹੁੰਦਾ। ਸੋ ਇਹਨਾਂ ਦੇ ਵਿੱਚੋਂ ਜਿਹੜਾ ਮੁਹੰਮਦ ਬਿਨ ਤੁਗਲਕ ਤੋਂ ਬਾਅਦ ਫਿਰੋਜ਼ ਸ਼ਾਹ ਤੁਗਲਕ ਬੈਠਦਾ, ਜਿਹੜਾ ਕਿ ਕਾਫੀ ਇੰਪੋਰਟੈਂਟ ਹੈ। ਇਹਦੇ ਤੋਂ ਵੀ ਕਾਫੀ ਕੁਐਸਚਨ ਬਣ ਕੇ ਆਉਂਦੇ ਨੇ, ਇਹਨੂੰ ਆਪਾਂ ਡਿਟੇਲ 'ਚ ਸਟੱਡੀ ਕਰਾਂਗੇ। ਉਸ ਤੋਂ ਬਾਅਦ ਨਸੀਰੂਦੀਨ ਮਹਿਮੂਦ ਤੁਗਲਕ। ਇਸ ਤੋਂ ਬਾਅਦ ਇੱਥੇ ਇੱਕ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖੋਗੇ ਨਸੀਰੂਦੀਨ ਮਹਿਮੂਦ ਤੁਗਲਕ ਤੋਂ ਕਿ 1398 ਈਸਵੀ ਦੇ ਵਿੱਚ 1398 ਈਸਵੀ ਦੇ ਵਿੱਚ ਤੈਮੂਰਲੰਗ ਜਿਹੜਾ ਹੈ ਉਹ ਹਮਲਾ ਕਰਦਾ ਹੈ ਦਿੱਲੀ ਦੇ ਉੱਪਰ। ਤੈਮੂਰਲੰਗ, ਠੀਕ ਹੈ, ਉਸ ਟਾਈਮ ਕੌਣ ਸ਼ਾਸਕ ਸੀਗਾ? ਨਸੀਰੂਦੀਨ ਮਹਿਮੂਦ ਤੁਗਲਕ। ਤਾਂ ਤੈਮੂਰਲੰਗ ਜਿਹੜਾ ਹੈ ਉਹ ਇੱਥੇ ਪਹਿਲਾ ਹਮਲਾ ਕਰਦਾ ਹੈ, ਤੇ ਹਮਲਾ ਕਰਨ ਤੋਂ ਬਾਅਦ ਉਹ ਨਸੀਰੂਦੀਨ ਮੁਹੰਮਦ ਨੂੰ ਜਿਹੜਾ ਹਰਾ ਦਿੰਦਾ ਹੈ ਅਤੇ ਆਪਣਾ ਇੱਥੋਂ ਕਾਫੀ ਕੁਝ ਲੁੱਟ ਕੇ ਜਾਂਦਾ, ਤੇ ਇੱਥੇ ਹੀ ਜਿਹੜਾ ਹੈ ਤੁਗਲਕ ਵੰਸ਼ ਦੀ ਜਿਹੜੀ ਹੈ ਉਹ ਖਾਤਮਾ ਹੋ ਜਾਂਦਾ ਹੈ, ਤੁਗਲਕ ਵੰਸ਼ ਖਤਮ ਹੋ ਜਾਂਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਜਦੋਂ ਤੈਮੂਰਲੰਗ ਹਮਲਾ ਕਰਕੇ ਜਾਂਦਾ ਹੈ, ਇਹ ਵਾਪਸ ਚਲਾ ਜਾਂਦਾ ਤੈਮੂਰਲੰਗ, ਅਤੇ ਇਸ ਦਾ ਇੱਕ ਜਿਹੜਾ ਸੈਨਾਪਤੀ ਹੁੰਦਾ ਹੈ ਉਹ ਇੰਡੀਆ ਇੱਥੇ ਭਾਰਤ 'ਚ ਰਹਿ ਜਾਂਦਾ ਹੈ, ਜਿਹੜਾ ਕਿ ਫਿਰ ਦੁਬਾਰਾ ਆਪਣਾ ਇੱਥੇ ਸੈਯਦ ਵੰਸ਼ ਦੀ ਸ਼ੁਰੂਆਤ ਕਰਦਾ ਹੈ। ਉਹ ਕਿਹੜਾ ਸੈਨਾਪਤੀ ਸੀਗਾ ਜੀ? ਉਹ ਤਾਂ ਖਿਜਰ ਖਾਂ। ਤੈਮੂਰਲੰਗ ਦਾ ਸੈਨਾਪਤੀ ਖਿਜਰ ਖਾਂ ਇੱਥੇ ਰਹਿ ਗਿਆ। ਤੈਮੂਰਲੰਗ ਦੇ ਜਾਣ ਤੋਂ ਬਾਅਦ ਖਿਜਰ ਖਾਂ ਫਿਰ ਆਪਣਾ ਇੱਕ ਵੰਸ਼ ਸਥਾਪਿਤ ਕਰਦਾ ਹੈ, ਸੈਯਦ ਵੰਸ਼। ਸੈਯਦ ਵੰਸ਼ ਦੇ ਨਾਂ ਤੋਂ ਇਹ ਆਪਣਾ ਸ਼ਾਸਨ ਚਲਾਉਣਾ ਸ਼ੁਰੂ ਕਰਦਾ ਹੈ। 1398 ਤੋਂ ਲੈ ਕੇ 1414 ਦੇ ਵਿਚਕਾਰ
ਕੁਝ ਹੋਰ ਵੀ ਜਿਹੜੇ ਤੁਗਲਕ ਵੰਸ਼ ਦੇ ਮਾੜੇ ਮੋਟੇ ਛੋਟੇ ਮੋਟੇ ਰਾਜੇ ਹੋਏ, ਲੇਕਿਨ ਉਹ ਜ਼ਿਆਦਾ ਇੰਪੋਰਟੈਂਟ ਵੀ ਨਹੀਂ, ਜ਼ਿਆਦਾ ਉਹਨਾਂ ਦਾ ਰਾਜ ਵੀ ਚੱਲਿਆ ਨਹੀਂ। ਤੇ ਦੁਬਾਰਾ ਫਿਰ ਸੱਤਾ ਜਿਹੜੀ ਸਥਾਪਿਤ ਹੁੰਦੀ ਹੈ ਉਹ ਹੁੰਦੀ ਖਿਜਰ ਖਾਨ ਤੋਂ, ਜਿਹੜਾ 1414 ਤੋਂ ਲੈ ਕੇ 1421 ਤੱਕ ਜਿਹੜਾ ਹੈ ਆਪਣਾ ਸ਼ਾਸਨ ਚਲਾਉਂਦਾ ਹੈ। ਉਸ ਤੋਂ ਬਾਅਦ ਜੀ ਮੁਬਾਰਕ ਸ਼ਾਹ, ਮੁਹੰਮਦ ਸ਼ਾਹ, ਅਲਾਉਦੀਨ ਆਲਮ ਸ਼ਾਹ, ਇਹ ਉਸਦੇ ਵੰਸ਼ਜ ਜਿਹੜੇ ਨੇ ਚਲਾਉਂਦੇ ਨੇ, ਲੇਕਿਨ ਜਿਹੜਾ ਹੈ ਇਹ ਵੰਸ਼ ਵੀ ਜਿਹੜਾ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਚੱਲਿਆ। ਖਿਜਰ ਖਾਨ ਤੋਂ ਬਾਅਦ ਜਿਹੜਾ ਇਹ ਵੀ ਹੌਲੀ ਹੌਲੀ ਡੋਲ ਗਿਆ। ਠੀਕ ਹੈ ਜੀ, ਤਾਂ ਇੱਥੇ ਤੱਕ ਜਿਹੜਾ ਹੈ ਆਪਾਂ ਸ਼ਹੀਦ ਵੰਸ਼ ਪੜ੍ਹਿਆ। ਸ਼ਹੀਦ ਵੰਸ਼ ਤੇ ਵੀ ਜ਼ਿਆਦਾ ਕੁਝ ਪੜ੍ਹਨ ਵਾਲਾ ਹੈ ਨਹੀਂਗਾ। ਖਿਜਰ ਖਾਨ ਬਾਰੇ ਪੜਾਂਗੇ, ਕੁਝ ਮੁਬਾਰਕ ਸ਼ਾਹ ਬਾਰੇ ਪੜਾਂਗੇ। ਤਾਂ ਅਗਲੀ ਜਿਹੜਾ ਨੈਕਸਟ ਬਣਿਆ ਉਸ ਤੋਂ ਬਾਅਦ ਲੋਧੀ ਵੰਸ਼। ਲੋਧੀ ਵੰਸ਼ ਜਿਹੜਾ ਹੈ 1451 ਤੋਂ ਲੈ ਕੇ 1526 ਤੱਕ ਜਿਹੜਾ ਹੈ ਸ਼ਾਸਨ ਚੱਲਦਾ ਹੈ। 1400 ਬਹਿਲੋਲ ਲੋਧੀ ਜਿਹੜਾ ਸੀ, ਕਾਫੀ ਇੰਪੋਰਟੈਂਟ, ਕਈ ਵਾਰੀ ਪੇਪਰਾਂ 'ਚ ਪੜ੍ਹਿਆ ਹੋਣਾ ਤੁਸੀਂ। ਤਾਂ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀਗਾ? ਬਹਿਲੋਲ ਲੋਧੀ, ਜਿਹੜਾ ਕਿ 1451 ਤੋਂ ਲੈ ਕੇ 99 ਤੱਕ ਜਿਹੜਾ ਆਪਣੀ ਸੱਤਾ ਤੇ ਬੈਠਦਾ ਹੈ। ਠੀਕ ਹੈ ਜੀ, ਤਾਂ ਲੋਧੀ ਵੰਸ਼ ਬਾਰੇ ਪੜਿਆ। ਇੱਥੇ ਇੱਕ ਚੀਜ਼ ਤੁਸੀਂ ਯਾਦ ਰੱਖੋ, ਇੰਪੋਰਟੈਂਟ ਹੈ ਕਿ ਹੁਣ ਤੱਕ ਜਿਹੜੇ ਆਪਾਂ ਪੜ੍ਹ ਰਹੇ ਸੀਗੇ, ਗੁਲਾਮ ਵੰਸ਼ ਪੜਿਆ ਆਪਾਂ ਨੇ, ਖਿਲਜੀ ਵੰਸ਼ ਪੜਿਆ, ਉਸ ਤੋਂ ਇਲਾਵਾ ਆਪਾਂ ਨੇ ਪੜਿਆ ਤੁਗਲਕ ਵੰਸ਼, ਸ਼ਹੀਦ ਵੰਸ਼। ਜਿਹੜੇ ਇਹ ਵੰਸ਼ ਸੀਗੇ, ਇਹ ਸਭ ਜਿਹੜੇ ਸੀਗੇ ਇਹ ਤੁਰਕ ਸੀਗੇ, ਤੁਰਕ ਮੁਸਲਿਮ ਜਿਹੜੇ ਸੀਗੇ। ਠੀਕ ਹੈ, ਤੁਰਕ ਮੁਸਲਿਮ ਸੀਗੇ ਜੀ। ਠੀਕ ਹੈ ਜੀ, ਉਸ ਤੋਂ ਬਾਅਦ ਜਦੋਂ ਇੱਥੇ ਸੱਤਾ ਸਥਾਪਿਤ ਹੁੰਦੀ ਹੈ ਲੋਧੀ ਵੰਸ਼ ਦੀ, ਤਾਂ ਲੋਧੀ ਵੰਸ਼ ਜਿਹੜੇ ਸੀਗੇ ਇਹ ਕੀ ਸੀਗੇ? ਇਹ ਅਫਗਾਨ ਮੁਸਲਿਮ ਸੀਗੇ। ਤਾਂ ਪਹਿਲਾਂ ਵਾਲੇ ਸਾਰੇ ਕੀ ਸੀਗੇ? ਉਹ ਤੁਰਕ ਸੀਗੇ। ਅਤੇ ਅਫਗਾਨਾਂ ਦੀ ਸ਼ੁਰੂਆਤ, ਅਫਗਾਨ ਮੁਸਲਿਮ ਦੀ ਸ਼ੁਰੂਆਤ ਜਿਹੜੀ ਹੈ ਕਿੱਥੋਂ ਹੁੰਦੀ ਹੈ? ਉਹ ਲੋਧੀ ਵੰਸ਼ ਤੋਂ ਹੁੰਦੀ ਹੈ। ਤੁਸੀਂ ਇਹ ਪੁਆਇੰਟ ਯਾਦ ਰੱਖ ਲੈਣਾ। ਉਸ ਤੋਂ ਬਾਅਦ ਜੀ ਬਹਿਲੋਲ ਲੋਧੀ ਤੋਂ ਬਾਅਦ ਆਉਂਦਾ ਸਿਕੰਦਰ ਲੋਧੀ, ਫਿਰ ਉਸ ਤੋਂ ਬਾਅਦ ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਜਿਹੜਾ ਹੈ ਇਹ ਕਾਫੀ ਇੰਪੋਰਟੈਂਟ ਹੈ, ਕਿਉਂਕਿ ਇਬਰਾਹਿਮ ਲੋਧੀ ਜਿਹੜਾ ਹੈ 1517 ਤੋਂ ਲੈ ਕੇ 1526 ਤੱਕ ਜਿਹੜਾ ਰਾਜ ਕਰਦਾ। ਤੇ 1526 ਦੇ ਵਿੱਚ ਜਿਹੜਾ ਹੈ ਇਹ ਪਾਣੀਪਤ ਦੇ ਪਹਿਲੇ ਯੁੱਧ ਦੇ ਵਿੱਚ ਜਿਹੜਾ ਹੈ ਬਾਬਰ ਨਾਲ ਯੁੱਧ ਕਰਦਾ ਤੇ ਉੱਥੇ ਹਾਰ ਜਾਂਦਾ। ਉੱਥੇ ਜਾ ਕੇ ਲੋਧੀ ਵੰਸ਼ ਦਾ ਜਿਹੜਾ ਉਹ ਖਾਤਮਾ ਹੋ ਜਾਂਦਾ। ਇਸ ਦੇ ਨਾਲ ਹੀ ਜਿਹੜਾ ਦਿੱਲੀ ਸਲਤਨਤ ਜਿਹੜੀ ਹੈ ਇੱਥੇ ਖਤਮ ਹੋ ਜਾਂਦੀ। ਉਸ ਤੋਂ ਬਾਅਦ ਬਾਬਰ ਦਾ ਆਪਣਾ ਰਾਜ ਚੱਲਦਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਮੁਗਲ ਵੰਸ਼ ਦੀ ਸਥਾਪਨਾ ਜਿਹੜੀ ਹੁੰਦੀ ਹੈ ਬਾਬਰ ਦੁਆਰਾ। ਫਿਰ ਅੱਗੇ ਆਪਾਂ ਪੜਾਂਗੇ ਮੁਗਲ ਵੰਸ਼ ਬਾਰੇ। ਤਾਂ ਉਸ ਤੋਂ ਪਹਿਲਾਂ ਜਿਹੜੇ ਆਪਾਂ ਅੱਜ ਪੜ੍ਹ ਰਹੇ ਹਾਂ ਸਲਤਨਤ ਕਾਲ, ਇਹਦੀ ਡਿਟੇਲ ਦੇ ਵਿੱਚ ਦੇਖੋ ਸ਼ਹੀਦ ਵੰਸ਼ ਅਤੇ ਲੋਧੀ ਵੰਸ਼ ਜਿਹੜਾ ਇਹ ਛੋਟੇ ਛੋਟੇ ਨੇ, ਇਹਨਾਂ ਨੂੰ ਆਪਾਂ ਇੱਕ ਵੀਡੀਓ 'ਚ ਕਵਰ ਕਰਾਂਗੇ। ਉਸ ਤੋਂ ਇਲਾਵਾ ਜਿਹੜੇ ਨੇ ਗੁਲਾਮ ਵੰਸ਼, ਖਿਲਜੀ ਵੰਸ਼ ਅਤੇ ਤੁਗਲਕ ਵੰਸ਼, ਇਹਨਾਂ ਦੀ ਇੰਪੋਰਟੈਂਟ ਹੈ ਕਿ ਆਪਾਂ ਇੱਕ ਇੱਕ ਵੀਡੀਓ ਜਿਹੜੀ ਹੈ ਅਲੱਗ-ਅਲੱਗ ਬਣਾਵਾਂਗੇ ਤਾਂ ਕਿ ਜਿਹੜਾ ਇਹਨਾਂ ਨੂੰ ਡਿਟੇਲ ਦੇ ਵਿੱਚ ਪੜ੍ਹਿਆ ਜਾ ਸਕੇ। ਇਹਨਾਂ ਦੇ ਵਿੱਚੋਂ ਕਾਫੀ ਕੁਐਸਚਨ ਪੁੱਛੇ ਜਾਂਦੇ, ਇਸ ਲਈ ਆਪਾਂ ਜਿਹੜੇ 4 ਵੀਡੀਓ ਆਪਣੀਆਂ ਅਗਲੀਆਂ ਆਉਣਗੀਆਂ ਉਹ ਸਲਤਨਤ ਕਾਲ ਦੇ ਉੱਪਰ। ਉਸ ਤੋਂ ਬਾਅਦ ਨੈਕਸਟ ਫਿਰ ਆਪਾਂ ਚੱਲਾਂਗੇ ਮੁਗਲ ਵੰਸ਼ਾਂ ਦੀ। ਠੀਕ ਹੈ ਜੀ, ਉਮੀਦ ਕਰਦੇ ਹਾਂ ਤੁਹਾਨੂੰ ਇਹ ਬਿਲਕੁਲ ਸਮਝ ਆ ਗਿਆ ਹੋਣਾ ਕਿ ਕੀ ਸਿਸਟਮ ਚੱਲ ਰਿਹਾ ਸੀਗਾ। ਤੁਸੀਂ ਇੱਕ ਵਾਰੀ ਇਹਨੂੰ ਜਿਹੜਾ ਆਪਣੇ ਚਾਰਟ ਤੇ ਲਿਖ ਕੇ ਪੜ੍ਹ ਲੈਣਾ, 2-4 ਵਾਰੀ ਇੱਕ ਵਾਰੀ ਰਿਵੀਜ਼ਨ ਮਾਰ ਲੈਣਾ, ਤਾਂ ਕਿ ਜਦੋਂ ਆਪਾਂ ਨੈਕਸਟ ਵੀਡੀਓ ਤੁਹਾਨੂੰ ਮਿਲੇਗੀ ਗੁਲਾਮ ਵੰਸ਼ ਦੀ ਡਿਟੇਲ ਦੇ ਵਿੱਚ, ਤਾਂ ਤੁਸੀਂ ਇੱਕ ਵਾਰੀ ਰਿਵੀਜ਼ਨ ਪਹਿਲਾਂ ਲੈ ਰੱਖੀ ਹੋਏਗੀ। ਤਾਂ ਦੁਬਾਰਾ ਤੁਸੀਂ ਜਦੋਂ ਇਹਦੀ ਡਿਟੇਲ 'ਚ ਪੜੋਗੇ ਤੁਹਾਨੂੰ ਡੇਟਸ ਜਿਹੜੇ ਨੇ ਬੜੇ ਧਿਆਨ ਨਾਲ ਆਰਾਮ ਨਾਲ ਯਾਦ ਹੋ ਜਾਣਗੀਆਂ। ਸੋ ਤੁਹਾਨੂੰ ਬਿਲਕੁਲ ਰੱਟਾ ਲਾਉਣ ਦੀ ਜ਼ਰੂਰਤ ਨਹੀਂ ਪੈਣੀ, ਨਾ ਹੀ ਕਿਸੇ ਟ੍ਰਿਕ ਦੀ ਲੋੜ ਪੈਣੀ ਹੈ। ਤਾਂ ਇੱਥੋਂ ਹੀ ਤੁਸੀਂ ਜਿਹੜਾ ਅੱਛੀ ਤਰ੍ਹਾਂ ਨਾਲ ਹਿਸਟਰੀ ਯਾਦ ਕਰ ਲਓਗੇ। ਠੀਕ ਹੈ ਜੀ, ਸੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਤੁਹਾਨੂੰ ਜੇ ਇਹ ਚੀਜ਼ ਪਸੰਦ ਆਈ ਹੈ, ਦੇਖੋ ਇਹ ਡਾਟਾ ਪਸੰਦ ਆਇਆ, ਤਾਂ ਤੁਸੀਂ ਬਿਲਕੁਲ ਇਸ ਵੀਡੀਓ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰੋ। ਮਿਲਦੇ ਨੈਕਸਟ ਵੀਡੀਓ 'ਚ। ਧੰਨਵਾਦ।